ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਇੱਕ ਵਾਰ ਫਿਰ ਗੁਫ਼ਤਗੂ ਵਿੱਚ ਸਵਾਗਤ ਹੈ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਹਾਇਰ ਐਜੂਕੇਸ਼ਨ ਤੇ ਮੀਡੀਆ ਵਿੱਚ ਸਿੱਖਾਂ ਦਾ ਕੀ ਰੋਲ ਹੈ, ਅਤੇ ਇਹਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜਿਹੜੇ ਵੀਰ ਮੌਜੂਦ ਹਨ ਉਹਨਾਂ ਦਾ ਨਾਮ ਹੈ ਹਮਰਾਜ ਸਿੰਘ। ਹਮਰਾਜ ਸਿੰਘ ਵੀਰ ਜੀ ਇੱਕ ਪਾਲਿਸੀ ਕੰਸਲਟੈਂਟ ਹਨ ਅਤੇ ਇਹ ਫਾਊਂਡਰ ਹਨ ਜਨ ਸੋਚ ਕੰਸਲਟੈਂਸੀ ਦੇ। आओ विचार शुरू करिए ਅਤੇ ਵੀਰ ਜੀ ਨਾਲ ਗੱਲਬਾਤ ਸ਼ੁਰੂ ਕਰੀਏ। ਸਵਾਗਤ ਕਰੀਏ ਵੀਰ ਜੀ ਦਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਐਂਡ ਵੀ ਵੈਲਕਮ ਯੂ ਟੂ ਦ ਸ਼ੋ। ਥੈਂਕ ਯੂ ਫॉर ਟੇਕਿੰਗ ਆਊਟ ਟਾਈਮ। ਥੈਂਕਸ ਫॉर ਇਨਵਾਈਟਿੰਗ ਮੀ। ਥੈਂਕ ਯੂ। ਐਂਡ ਵੀਰ ਜੀ, ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਲੱਗੇ ਹਾਂ ਤੇ ਸਭ ਤੋਂ ਪਹਿਲਾ ਕੁਐਸਚਨ, ਜਿਸ ਤਰ੍ਹਾਂ ਮੈਂ ਸਾਰੀ ਸੰਗਤ ਨੂੰ ਦੱਸਿਆ ਕਿ ਆਪ ਜੀ ਜਨ ਸੋਚ ਕੰਸਲਟੈਂਸੀ ਦੇ ਫਾਊਂਡਰ ਹੋ, the very first question I have for you is, can you please give us a brief of Jan Soch Consultancy? What do you do? How do you do it? Yeah, sure. So basically, Jan Soch ਦਾ ਜੋ ਆਈਡੀਆ ਸੀ ਉਹ ਇਹ ਸੀ ਕਿ ਕਿਸੇ ਵੀ ਸਪੇਸ ਤੇ ਜਿੱਥੇ ਰਿਸਰਚ ਦੀ ਲੋੜ ਹੈ, ਰਿਸਰਚ ਸਪੈਸ਼ਲੀ ਸੋਸ਼ੋ ਇਕਨੋਮਿਕ ਐਂਡ ਪੋਲੀਟੀਕਲ, ਇਹ ਤਿੰਨ ਟਾਈਪ ਦੇ ਕੋਈ ਵੀ ਰਿਸਰਚ ਦੀ ਲੋੜ ਹੈ, ਐਂਡ ਗਰਾਊਂਡ ਰਿਸਰਚ ਦੀ ਲੋੜ ਹੈ, ਜਿੱਥੇ ਗਰਾਊਂਡ ਨੂੰ ਸਮਝਣ ਦੀ ਲੋੜ ਹੈ, ਜਿੱਥੇ ਜਾ ਕੇ ਡੇਟਾ ਕਲੈਕਸ਼ਨ ਦੀ ਲੋੜ ਹੈ। ਇਸ ਟਾਈਪ ਦਾ ਕੋਈ ਵੀ ਰਿਸਰਚ ਅਸੀਂ ਕਰਕੇ ਦੈਨ ਉਹਦੇ ਬੇਸਿਸ ਤੇ ਕੈਂਪੇਨ ਡਿਜ਼ਾਈਨ ਕਰੀਏ, ਕੈਂਪੇਨ ਸਜੈਸਟ ਕਰੀਏ। ਤੇ ਅਸੀਂ ਮੈਂਬਰ ਆਫ ਪਾਰਲੀਮੈਂਟ, ਮਿਨਿਸਟਰਸ, ਐਮਐਲਏਜ਼, ਥਿੰਕ ਟੈਂਕਸ, ਇਹ ਸਭ ਲੋਕਾਂ ਦੇ ਨਾਲ ਕੰਮ ਕਰਦੇ ਨੇ ਅਲੱਗ-ਅਲੱਗ ਟਾਈਮ ਵਿੱਚ, ਜੋ ਅਸੀਂ ਉਹਨਾਂ ਨੂੰ ਇਹ ਡੇਟਾ ਇਨਫੋਰਮੇਸ਼ਨ ਪ੍ਰੋਪਰਲੀ ਐਕੂਮੂਲੇਟ ਕਰਕੇ ਉਹਦੇ ਬੇਸਿਸ ਤੇ ਇੱਕ ਰਿਸਰਚ ਕਰਕੇ ਯੂਜ਼ਿੰਗ ਸਮ ਟੈਕਨੀਕਸ ਐਂਡ ਅਦਰ ਥਿੰਗਸ, ਡੇਟਾ ਸਾਇੰਸ, ਫਿਰ ਉਹ ਚੀਜ਼ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ। ਤੇ ਇੱਕ ਹੋਰ ਜੋ ਸਪੇਸ ਹੈ ਜਿੱਥੇ ਕਾਫੀ ਸਾਡਾ ਵਰਕ ਰਹਿੰਦਾ ਉਹ ਰਹਿੰਦਾ ਹੈ ਕਿ ਮੈਂਬਰ ਆਫ ਪਾਰਲੀਮੈਂਟ ਜੋ ਪਾਰਲੀਮੈਂਟ ਵਿੱਚ ਸਵਾਲ ਪੁੱਛਦੇ ਨੇ, ਸਪੀਚ ਦਿੰਦੇ ਨੇ, ਉਹ ਕੁਝ ਸਾਡੇ ਐਮਪੀਜ਼ ਨੇ ਜੋ ਸਾਡੇ ਨਾਲ ਐਸੋਸੀਏਟਡ ਨੇ, ਅਸੀਂ ਉਹਨਾਂ ਨੂੰ ਪ੍ਰੋਪਰ ਰਿਸਰਚ ਮਟੀਰੀਅਲ ਪ੍ਰੋਵਾਈਡ ਕਰਦੇ ਨੇ। ਕਈ ਵਾਰ ਤੇ ਪੂਰਾ ਸਪੀਚ ਲਿਖ ਕੇ ਅਸੀਂ ਦਿੰਦੇ ਹਾਂ ਦੇ ਔਨ ਦਾ ਆਈਡੀਆ ਵਾਟ ਦੇ ਹੈਵ ਸਜੈਸਟਡ। ਤੇ ਇਹ ਬੇਸਿਕਲੀ ਸਪੇਸ ਹੈ ਜਿੱਥੇ ਅਸੀਂ ਸਾਡਾ ਵਰਕ ਰਹਿੰਦਾ ਹੈ। And this is like in any state. We have covered almost 12 states in past 4 years. जी. Okay. ਤੇ ਹਮਰਾਜ ਵੀਰ ਜੀ ਬਾਰੇ ਮੈਂ ਜ਼ਰੂਰ ਇਹ ਦੱਸਣਾ ਚਾਹਾਂਗਾ ਸੰਗਤ ਨੂੰ ਕਿ he has made 2 videos. ਪਹਿਲੀ ਵੀਡੀਓ ਦਾ ਨਾਮ ਹੈ 12 ਬਜ ਗਏ, which has somewhere around 1.5 lakh views, right? And the second video is why Kirpan. ਤੇ ਵੀਰ ਜੀ, ਇਹ 2 ਵੀਡੀਓਜ਼ ਬਾਰੇ ਮੈਂ ਜ਼ਰੂਰ ਆਪ ਜੀ ਨੂੰ ਬੇਨਤੀ ਕਰਾਂਗਾ, ਆਪ ਦੀ ਸੰਗਤ ਨੂੰ ਦੱਸੋ ਕਿ ਇਹ ਵੀਡੀਓ ਬਣਾਉਣ ਦਾ ਮੋਟਿਵ ਕੀ ਸੀ ਐਂਡ ਦੀ ਕਨਕਲੂਜਨ what you got out of it. तो होने की तो गल नहीं है, मतलब 2-3 साल पुरानी गल है। उस टाइम मैं, या शायद 4 साल पुरानी गल है, उस टाइम मैं थोड़ा जा YouTube ਵਿੱਚ कुछ वीडियोस बनांदा सी एंड कुछ फनी कंटेंट विद अ मैसेज डिलीवर करने की कोशिश करता सी। So I made few videos on opinion on Bihari, opinion on Haryanvi. So we also did couple of videos. One was कि सरदार के 12 बजे। तो इस वीडियो विच बेसिकली मैं की किया कि मैं एक चार्ट पेपर लेकर जिस कुछ लिखा हुआ था कि 12 बज गए हैं एंड आई एम अ सरदार एंड आई एम स्टिल नॉट, कोई फर्क नहीं पैंदा मेरे जी। और ठीक 12 बजे कनॉट प्लेस से दोपहरी ਅਸੀਂ ਇਹਨੂੰ ਸ਼ੂਟ ਕੀਤਾ ਸੀ ਹਗ ਵੀਡੀਓ ਕਿ ਅਗਰ ਤੁਹਾਨੂੰ ਵੀ ਸੇਮ ਲੱਗਦਾ ਤਾਂ ਕਮੈਂਟ ਗਿਵ ਮੀ ਅ ਹਗ। So within 25-30 minutes, almost 100 plus hugs मैंने मिले थी, both Indians and few foreign tourists who were roaming around, and I think 250 pamphlets is what we distributed to various people, explaining them की historical significance है 12 बजे का। ते दूसरा वीडियो जो मैं बनाया थी उसके बाद मैं टॉपिक पे आऊंगा कि why, मतलब what was the outcome। तो दूसरा वीडियो थी वाई किरपान मैं अपने फेसबुक आईडी ਤੇ ਹੀ ਪਾਇਆ ਸੀ। तो उस टाइम की होया ਸੀ कुछ ਇਹੋ ਜਿਹੇ ਇਨਸੀਡੈਂਟਸ ਹੋਏ ਸੀ ਕਿਸੇ ਐਗਜ਼ਾਮੀਨੇਸ਼ਨ ਹਾਲ ਵਿੱਚ 12ਵੀਂ ਦੇ ਐਗਜ਼ਾਮ ਦੇਣ ਕੋਈ ਗਿਆ ਹੈ, ਉਹਨੂੰ ਰੋਕ ਲਿੱਤਾ ਗਿਆ ਕਿਉਂਕਿ ਉਹਨੇ ਕਿਰਪਾਨ ਪਾਈ ਹੋਈ ਸੀ, ਜਾਂ ਇਹੋ ਜਿਹੀ ਕੋਈ ਇਨਸੀਡੈਂਟ ਹੋਏ ਜਿੱਥੇ ਕਿਰਪਾਨ ਕਰਕੇ ਕਿਤੇ ਐਂਟਰੀ ਰੋਕੀ ਗਈ। ਤੇ ਮੇਰਾ ਸਿੰਪਲ ਜਿਹਾ 2 ਪਰਪਸ ਸੀ ਕਰਨ ਦਾ ਇਹ ਵੀਡੀਓ ਕਿ ਵੀਡੀਓ ਤਾਂ ਦੇਖੋ 3-3.5 ਮਿੰਟ ਦੀ ਹੁੰਦੀ ਹੈ ਲੇਕਿਨ ਸ਼ੂਟ ਤੇ 4-4.5 ਘੰਟੇ ਦਾ ਹੁੰਦਾ ਹੈ। And Connaught Place, which again we were there, we were trying to ask people ki, do they know why Sikhs wear kirpan, or do they fear Sikhs wear kirpan, or
do the fear if someone comes up with a weapon and roam around them? So मैं पूछा तो मान लो मैं पहला सवाल पूछा कि do the fear if someone roams with a weapon around them? तो लोग कहते थे कि हाँ ਅਸੀਂ fear करांगे, obviously करांगे, but जब मैं कहता ਸੀ कि जो सिख किरपान रखदा है ਤੇ ਕੀ ਤਾਂ ਵੀ ਤੁਸੀਂ fear ਕਰਦੇ ਹੋ? ਤੇ ਦੇਖੋ ਗੱਲ ਐ ਸੀ ਕਿ ਲੋਕਾਂ ਨੂੰ ਇਹ ਤੇ ਨਹੀਂ ਪਤਾ ਸੀ ਕਿ ਕਿਰਪਾਨ ਕਿਉਂ ਰੱਖਦੇ ਨੇ, ਮੈਜੋਰਿਟੀ ਨੂੰ ਨਹੀਂ ਪਤਾ ਸੀ, ਲੇਕਿਨ ਕਿਸੇ ਨੂੰ ਵੀ ਸਿੱਖਾਂ ਦੇ ਕਿਰਪਾਨ ਰੱਖਣ ਨਾਲ ਕੋਈ ਡਰ ਨਹੀਂ। तो साडी इमेज किते ना किते तो ऐसी बनी हुई है कि किरपान रखना या कोई सिख ਇਹੋ ਜਿਹੇ ਕੰਮ नहीं करेगा, मतलब मिसयूज नहीं करेगा, गलत यूज नहीं करेगा। एक आध वर्स्ट केस हो सकता है, कुछ गंदे एग्जांपल होंगे, बट वो एक आध केस है, अदरवाइज इट्स लाइक नेवर एवर। तो जब मैं वीडियो किया थी तो एट द एंड विच वी मेड people understand through this video कि आर्म्स एक्ट दे अंदर एंड कॉन्स्टिट्यूशनल राइट किवे हैं साडा कि इनफैक्ट फ्लाइट्स विच भी किवे ਅਸੀਂ डोमेस्टिकली किरपान कैरी कर सकते हैं, कोई रोक टोक नहीं है सानू ते वाई किरपान एज पर रिलीजन इज आल्सो अलाउड। सो लास्ट पार्ट एक लॉयर सिख लॉयर है उन्हें बकायदा समझाया थी कि हाउ अंडर आर्म्स एक्ट एंड एवरीथिंग इट इज देयर। नाउ कमिंग टू द सेकंड पार्ट ऑफ योर क्वेश्चन कि ਤੁਹਾਨੂੰ क्लियर होया ते ਇਹ ਚੀਜ਼ ਮੈਨੂੰ ਵੈਸੇ ਪਹਿਲੇ ਵੀ ਕਲੀਅਰ ਸੀ ਔਰ ਮੈਂ ਹਮੇਸ਼ਾ ਇਸ ਚੀਜ਼ ਦਾ ਓਪੀਨੀਅਨ ਰੱਖਦਾ ਕਿ ਜੋ ਸਿੱਖ ਅਸੀਂ ਸੋਚਦੇ ਹਾਂ ਕਿ ਇੰਡੀਆ ਵਿੱਚ ਤਾਂ ਦੁਨੀਆ ਨੂੰ ਪਤਾ ਹੀ ਹੋਏਗਾ ਕਿ ਅਸੀਂ ਕੀ, ਮਤਲਬ ਇੰਡੀਆ ਵਿੱਚ ਸਭ ਨੂੰ ਪਤਾ ਹੋਏਗਾ ਕਿ ਅਸੀਂ ਕੀ ਹਾਂ, ਸਾਡਾ ਰੂਪ ਕਿਹੋ ਜਿਹਾ ਹੈ, ਸਾਡੇ ਪੰਜ ਕਕਾਰ ਕਿਹੜੇ ਨੇ, ਇਹ ਸਭ ਪਤਾ ਹੋਏਗਾ, ਬਟ ਐਂਡ ਐਟ ਦ ਸੇਮ ਟਾਈਮ ਵਰਲਡ ਵਿੱਚ ਨਹੀਂ ਪਤਾ ਹੈ। ਤੇ ਵਰਲਡ ਵਿੱਚ ਅਸੀਂ ਟਰਬਨ ਡੇ ਆਰਗੇਨਾਈਜ਼ ਕਰਦੇ ਹਾਂ ਜਾਂ टर्बन परेड ऑर्गेनाइज करते हैं या बाकी चीज ऑर्गेनाइज करते हैं, बट ਇਹੋ ਜਿਹੀ ਗੱਲ नहीं है। मेरा मानना है कि इंडिया ਵਿੱਚ भी बहुत ਲੋਕਾਂ ਨੂੰ नहीं पता और ਸਾਨੂੰ ਲੋੜ है कि सेम टाइप ऑफ प्रचार इंडिया ਦੇ ਵੱਖ-ਵੱਖ ਕੋਨੇ ਵਿੱਚ ਵੀ ਕੀਤਾ ਜਾਏ। बिकॉज मतलब ਇਹ ਚੀਜ਼ ਅਸਿਊਮ ਕਰ ਲੈਣਾ ਕਿਉਂਕਿ ਸਾਡੀ ਹਿਸਟਰੀ ਵਿੱਚ ਅਸੀਂ ਬੜੀ ਕੁਰਬਾਨੀਆਂ ਦਿੱਤੀਆਂ ਨੇ ਬਾਕੀਆਂ ਵਾਸਤੇ, ਤੇ ਠੀਕ ਹੈ ਕਈ ਲੋਕਾਂ ਨੂੰ ਪਤਾ ਹੋਏਗਾ, ਲੇਕਿਨ ਜ਼ਰੂਰੀ ਨਹੀਂ ਕਿ ਅੱਜ ਦੀ ਜਨਰੇਸ਼ਨ ਨੂੰ ਵੀ ਪਤਾ ਹੋਏਗਾ। ਇਹ ਗੱਲ ਸਾਨੂੰ ਦੱਸਣੀ ਪਏਗੀ कि this is the part of history and this is from where we come and this is why we tie a turban। मतलब the point is कि साडी messaging बड़ी clear होनी चाहिए। wear and tie ਵਿੱਚ भी difference ਹੁੰਦਾ है। कई ਅਸੀਂ ਆਪੇ ਹੀ ਕਹਿੰਦੇ ਨੇ ਕਿ why we wear a turban, we don't wear a turban, it's not a cap, we tie a turban। so ਇਹ messaging clear है, ਇਹ messaging clear होनी चाहिए। of making a video on 12 बजे तो मतलब देखो मैं बिलोंग करता हूँ झारखंड से जी, I come from Jharkhand and I'm not a Delhiite or from Punjab or have no relationship with the current Punjab। I have with Pakistan Punjab but not the current Punjab जी। तो ਇਹੋ ਜਿਹੇ ਹਰ ਸ਼ਹਿਰ ਵਿੱਚ ਸਿੱਖ ਬਸੇ ਹੋਏ ਨੇ ਐਂਡ ਬਚਪਨ ਵਿੱਚ ਸਕੂਲ ਵਿੱਚ ਕਾਲਜਸ ਵਿੱਚ ਥੋੜਾ ਜਿਹਾ ਮਜ਼ਾਕ ਅਸੀਂ ਸਭ ਨੇ ਫੇਸ ਕੀਤਾ ਹੈ। ਇਫ ਇਟ ਇਜ਼ ਨਾਟ ਅ ਸਿੱਖ ਸਕੂਲ we all have faced some of the other jokes or I won't say it's a discrimination क्योंकि ये मजाक होता है और अगर लोगों को ऐसा knowledge चाहिए हो तो शायद मजाक ना हो। and I over the period of time I have realized कि this is reduced, काफी घट गया है। ते बस यही आइडिया सी कि चलो कुछ ਇਹੋ ਜਿਹਾ बनाते हैं जिथे ਅਸੀਂ ਇਹ मैसेजिंग बड़ी क्लियर तरह YouTube ਵਿੱਚ Google ਵਿੱਚ सर्च किया कि कोई ਇਹੋ ਜਿਹੀ वीडियो है या नहीं है, दिखा कि ਇਹੋ ਜਿਹਾ कोई strong message communicated नहीं है, and then the idea was we made it। So did you face something in school as you just said? Did you face something as oh okay so, 12 बजे देखो ਇਹੋ ਜਿਹੇ ਮਜ਼ਾਕ ਹੁੰਦੇ ਨੇ। ਮੈਂ ਕਲੀਅਰ ਕਿਹਾ ਕਿ ਅਗਰ ਮੈਂ ਜਿਸ ਸਕੂਲ ਵਿੱਚ ਸੀ ਉਸ ਵਿੱਚ I think I was the only sick in my class, so ਇਹੋ ਜਿਹਾ ਮਜ਼ਾਕ ਹੁੰਦਾ ਹੈ which I don't ਉਸ ਟਾਈਮ ਮੈਂ ਬਹੁਤ offended feel ਹੁੰਦਾ ਸੀ ਮੈਨੂੰ, being a young मतलब मुंडा we get angry and वो चीज ਹੁੰਦਾ है, लेकिन gradually I have realized कि as you gain knowledge you start laughing at it because you know the historical significance of it if the other person don't know and ਮੈਨੂੰ ਲੱਗਦਾ ਹੈ ਉਹਨੂੰ ਸਮਝਾ ਸਕਦੇ ਹੋ। yes ਮੈਨੂੰ ਲੱਗਦਾ ਹੈ ਕਿ ਤੁਸੀਂ offend ਹੋ ਕੇ ਸ਼ਾਇਦ ਨਹੀਂ ਸਮਝਾ ਪਾਓਗੇ, but with the help of media, with the help of other platforms ਤੁਸੀਂ ਇਹਨੂੰ ਪ੍ਰਮੋਟ ਕਰ ਸਕਦੇ ਹੋ ਕਿ ਭਈ ਉਹਦੇ ਪਿੱਛੇ ਸਿਗਨੀਫੀਕੈਂਸ ਕੀ ਹੈ। ਐਂਡ
यही मेरे ख्याल तो मेन रीजन है कि इट हैज बीन रिड्यूसिंग नाउ। एंड इनफैक्ट 12 बजे वाली जो वीडियो थी मैंने याद है कि वो 3-4 बढ़िया वेब पोर्टल विच शेयर होया थी विच इंक्लूड्स आई थिंक एबीपी न्यूज, नवभारत टाइम्स एंड few platforms कि this video is going crazy because I think I had 2 दिन which 50-60,000 views थी from a platform which was quite new। तो ऐसा काफी अच्छा आर्टिकल कवरेज होया थी कि एक सिख नौजवान कनॉट प्लेस में जाके स्टीरियोटाइप ब्रेक करने की कोशिश कर रहा है, समथिंग लाइक दैट। एंड दैट्स ग्रेट, जी आई रियली अप्रीशिएट यू फॉर दैट वीडियो बिकॉज इस तरह ਦੀ ਵੀਡੀਓਜ਼ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੀਡੀਆ ਜਿਹੜਾ ਹੈ ਨਾ ਉਹ ਬਹੁਤ ਅਹਿਮ ਰੋਲ ਪਲੇ ਕਰਦਾ ਹੈ ਕਿਸੇ ਚੀਜ਼ ਨੂੰ ਵੀ ਪ੍ਰਮੋਟ ਕਰਨ ਲਈ। ਤੇ ਤੁਸੀਂ ऑफेंड ਹੋ ਕੇ ਸ਼ਾਇਦ ਕਿਸੇ ਨੂੰ ਨਹੀਂ ਸਮਝਾ ਸਕਦੇ ਕਿ ਬਈ ਇਹਦਾ ਮਤਲਬ ਇਹ ਨਹੀਂ ਹੈ। ਉਸ ਵੇਲੇ ਤੁਸੀਂ ਸਮਝਾਓਗੇ ਤਾਂ ਉਹਨੂੰ ਲੱਗੇਗਾ ਕਿ ਯਾਰ ਤੁਸੀਂ ਮਜ਼ਾਕ ਦਾ ਜਿਹੜਾ ਹੈ ਮਜ਼ਾਕ ਗਲਤ ਵੇ ਵਿੱਚ ਲੈ ਰਹੇ ਹੋ। But you can make such videos, you can promote it through media. Yeah. And I really appreciate the messaging should be correct. Sorry? The messaging should be correct. Yes. Yeah. So, hun Hamraj ji, jis tarah coming to higher education, I just want to ask you why higher education for Sikhs is the need of the hour. ਸਿੱਖਾਂ ਲਈ ਹਾਇਰ ਐਜੂਕੇਸ਼ਨ ਕਿਉਂ ਜ਼ਰੂਰੀ ਹੈ? ਸਭ ਤੋਂ ਪਹਿਲਾਂ ਇਸ ਤੋਂ ਸਟਾਰਟ ਕਰਦੇ ਹੋਏ ਮੈਂ ਆਪ ਜੀ ਨੂੰ ਕਹਾਂਗਾ ਕਿ ਹਾਇਰ ਐਜੂਕੇਸ਼ਨ ਬਾਰੇ ਅਸੀਂ ਜ਼ਰੂਰ ਜਿਹੜੇ ਵਿਚਾਰ ਨੇ ਉਹ ਸਾਂਝੇ ਕਰੀਏ। देखो मेरा मानना है कि हायर एजुकेशन नाल बड़े टाइप के प्रॉब्लम सॉल्व होंगे आज के सिनेरियो विच। वन ऑफ द मेजर प्रॉब्लम इज आई पर्सनली फील कि पूरा सिख नौजवान पंजाब तो उठ के आज बाहर देशों में जा रहा है। सो अल्टीमेटली पंजाब विच आने वाले 10 साल 15 साल विच एक इहो जिहा सिचुएशन क्रिएट हो सकता है कि या तो पंजाब का यूथ दिल्ली बॉम्बे या कैनेडा यूएस जा सकता है, तो पंजाब विच यूथ रहा नहीं, बुजुर्गों का पंजाब हो जाएगा। तो इस करके इट इज वेरी इंपॉर्टेंट कि असी हायर एजुकेशन विच जावां, असी गवर्नमेंट जॉब विच जावां, स्पेशली आई एम टॉकिंग अबाउट पंजाब एंड ओवरऑल सिक्स आल्सो। और इंडिया दे वेरियस इंस्टीट्यूट्स विच जाके अच्छी पढ़ाई करके गवर्नमेंट जॉब्स विच प्राइवेट जॉब्स विच ऐसे हर जगह होगा। जे मैं अभी थोड़ी देर पहले डिस्कस कर रहे थे ना कि इंडिया विच भी कई लोगों को पता नहीं है कि पगड़ी की होती है या पगड़ी दाढ़ी देखा है लेकिन उस तो ज्यादा नहीं पता है लोगों को रूप के बारे में या क्यों बंदे ने पगड़ी क्यों दाढ़ी रखी है। जी जी ते जब तुसी रहोगे वेरियस प्लेटफॉर्म्स पे इंडिया दे भी ते आपको आप पता चल जाएगा, पर जे रहोगे ही नहीं तो किवें पता चलेगा। सिंपल जी अंडरस्टैंडिंग है कि ऐसे हो गया कम्युनिटी स्पेसिफिक। नाउ हायर एजुकेशन विल ऑलवेज हेल्प यू इन बेटर अर्निंग, दिस इज अ फैक्ट। तुसी वधिया पढ़ोगे, एमए करोगे, पीएचडी करोगे, स्कॉलर बनोगे, आईआईटी जाओगे, अच्छे इंस्टीट्यूट जाओगे तो ऑटोमेटिकली थोड़ी वधिया जॉब लगेगी, वधिया सैलरी होगी, वधिया लाइफ होगी, विच इज ऑल्सो इंपॉर्टेंट पार्ट ऑफ इट। सो हायर एजुकेशन ਉਹਦੇ ਵਾਸਤੇ ਵੀ इंपॉर्टेंट है। तीजा की है कि सोशल साइंस का हायर एजुकेशन जब तुसी लेंदे हो, आई एम स्पेसिफिकली टॉकिंग अबाउट सोशल साइंस, ते तुसी अपनी हिस्ट्री में अपनी कम्युनिटी दी कल्चर में बहुत बेटर वे विच प्रेजेंट कर सकते हो। फॉर एग्जांपल आई एम टेलिंग कि अज दे टाइम विच जो बहुत ही ऑथेंटिक सिख हिस्ट्री बुक जिन्हों वर्ल्ड कल्चर विच मनिया जाता है वो खुशवंत सिंह की लिखी हुई किताब है, सिख हिस्ट्री वॉल्यूम 1, सिख हिस्ट्री वॉल्यूम 2। And when I not, but when a non-Sikh want to read about Sikhism and he wants to search a book which is present on Amazon or other online platforms जिसे किताबां मिल सकती हैं, अवेलेबल नहीं है। तो जो कोई बढ़िया सिख स्कॉलर होएगा जिन्हें पीएचडी कर रखी होगी और जो बाकी टॉपिक्स विच भी रिसर्च करता होएगा, पेपर्स लिखता होएगा, वो अगर एक सिख हिस्ट्री के उत्ते भी किताब लिखे तो दी वैल्यू बड़ी बढ़ेगी। ते जो मान लो पंजाबी कल्चर के उत्ते किताब लिखे, पंजाब के सूफी कल्चर के उत्ते किताब लिखे, गुरमुखी और उर्दू का कंपैरेटिव लिखे, क्योंकि पंजाब विच ऑफिशियल लैंग्वेज एक टाइम विच उर्दू थी और पब्लिक लैंग्वेज कॉमन लैंग्वेज गुरमुखी थी, एक टाइम विच ऑफिशियल लैंग्वेज गुरमुखी थी और उर्दू भी नाल यूज होंदा सी। तो बड़ा मिक्स रहा है। महाराजा रणजीत सिंह का एरा सी, बाबा बंदा सिंह बहादुर का एरा सी, 84 होया, 47 होया, इंडियन आर्मी विच सिखां दा कंट्रीब्यूशन है, इन्ने सारे टॉपिक्स ने जिहदे उत्ते भगत पूरन सिंह जी जे कई
महान शख्सियत होए जिन्हां दे उत्ते पूरा पूरा स्कॉलर स्टडी किया जा सकता है. आई थिंक it is utmost important that we do this. We have to start moving ahead of just doing business or going abroad or army or truck. As एक stereotype बने हुए हैं ना. Yes, that is the problem. I agree to it. That आजकल सिर्फ और सिर्फ यही है कि या तो ऐसे बिजनेस में चले जाइए या फिर ऐसे अब्रॉड चले जाइए. बट हायर एजुकेशन एंड उस तो बाद गवर्नमेंट जॉब्स विच या फिर किसी भी असली पहचान आज तक नहीं बना पाए. मैंने ये लगता है ये मेरा पर्सनल ओपिनियन है कि ऐसी उस तरह की पहचान आज तक ਜਿਹੜੀ ਹੈ ਸਿੱਖਾਂ ਦੀ ਨਹੀਂ ਬਣਾ ਪਾਏ. ਤੇ ਹਮਰਾਜ ਜੀ ਡੂ ਯੂ ਥਿੰਕ ਦੈਟ ਹਾਇਰ ਐਜੂਕੇਸ਼ਨ ਕਾਫੀ ਜ਼ਿਆਦਾ ਐਕਸਪੈਂਸਿਵ ਹੈ ਜਿਸ ਕਰਕੇ ਜਿਹੜਾ ਮਿਡਲ ਕਲਾਸ ਸਿੱਖ ਫੈਮਿਲੀ ਹੈ ਉਹ ਉਹਨੂੰ ਅਫੋਰਡ ਨਹੀਂ ਕਰ ਸਕਦੀ ਐਂਡ ਤਾਂ ਕਰਕੇ ਇਹਦੇ ਵਿੱਚ ਅਸੀਂ ਇਹਨਾਂ ਯੋਗਦਾਨ ਨਹੀਂ ਪਾ ਪਾ ਰਹੇ. हायर एजुकेशन बहुत ज़्यादा एक्सपेंसिव नहीं है इफ यू आर वेरी क्वालिफाइड. अगर तुहाडे अकैडमिक्स बहुत अच्छे ने, ਤੁਹਾਨੂੰ 12th ਵਿੱਚ ਗ੍ਰੈਜੂਏਸ਼ਨ ਵਿੱਚ ਬਹੁਤ ਅੱਛਾ ਮਾਰਕਸ ਤੁਸੀਂ ਲੈ ਕੇ ਆਏ ਹੋ ਤੇ ਇੱਕ ਵਧੀਆ ਤੁਹਾਨੂੰ ਕੈਰੀਅਰ ਗਾਈਡੈਂਸ ਕੈਰੀਅਰ ਕਾਉਂਸਲਿੰਗ ਮਿਲ ਜਾਏ. I'll give you an example. मेरा मास्टर्स जामिया मिलिया इस्लामिया से किया हुआ है. ठीक है, मेरा मास्टर्स मीडिया एंड गवर्नेंस. मैं एंड जामिया मिलिया इस्लामिया उन्हें कल ही मिनिस्ट्री ऑफ ह्यूमन रिसोर्सेज डेवलपमेंट का एक लिस्ट आया है जिस 6,000 इंस्टीट्यूट्स एंड यूनिवर्सिटीज का उन्होंने एक रैंकिंग की थी. इट्स द 10th बेस्ट यूनिवर्सिटी इन द कंट्री. जी मेरी फीस साल की कितनी थी? 6,500 साल की. Should we call it expensive? It's nothing. I think I have earned more than few lakh rupees from my university by doing research projects with my professor. And what I spent in 2 years was hardly 12,000, 13,000 rupees approximately. And I studied in a university which is 10th best in the country. Same goes with JNU, same goes with Delhi University, the Vadia colleges, even IIT and जो EEE वगैरह के colleges में जो साइंस रिलेटेड है ऐसे भी फीस बहुत ज़्यादा नहीं है. तो ज़्यादा है बट बहुत ज़्यादा नहीं है. दूसरा अगर तुसी PhD स्कॉलर हो, तुसी नेट और GRF क्लियर अगर किया होया है, so you get 35,000 rupees for studying in these universities. So instead of paying, you are getting 35,000 rupees to study this. So expensive थोड़ा choice है. हम तुसी जाना ही बिल्कुल expensive college which has, so that's the option. But if you want to study and if you are performing really well, there are lots and lots of colleges in India which are very very cheap and are better than any expensive colleges. Grading wise भी मैं बता दे रहा हूँ. JNU is rank 2. Yeah. Banaras Hindu University is I think rank 3. University Jamia is rank 10. So these all are central government universities. Fees is 6,000, 8,000, 10,000. IIT which भी 40-50,000, 60,000 होता है, which is not very expensive for such course. Yeah. हाँ जी. ते coming to government jobs, ਸਿੱਖ ਜਿਹੜੇ ਨੇ ਅੱਜਕੱਲ ਗਵਰਨਮੈਂਟ ਜੌਬਸ ਦਿਖਦੇ ਨਹੀਂ ਹਨ ਤੇ ਅਪਾਰਟ ਫਰਮ ਦੈਟ ਜੇ ਅਸੀਂ ਸਿਵਲ ਸਰਵਿਸਿਜ਼ ਦੀ ਗੱਲ ਕਰੀਏ ਤੇ ਬਹੁਤ ਹੀ ਮੁਸ਼ਕਿਲ ਨਾਲ ਸਾਨੂੰ ਕੋਈ ਸਿੱਖ ਜਿਹੜਾ ਭਰਾ ਆਪਣਾ ਵੀਰ ਜਾਂ ਭੈਣ ਕੋਈ ਦਿਖਦੀ ਹੈ. ਉਹਦਾ ਤੁਸੀਂ ਕੀ ਸਮਝਦੇ ਹੋ, ਕੀ ਰੀਜ਼ਨ ਹੈ ਬਿਹਾਈਂਡ ਦੈਟ? ਵਾਟ ਡੂ ਯੂ ਥਿੰਕ? ਤੁਹਾਡਾ ਜਾਣੇ ਅਣਜਾਣੇ ਵਿੱਚ ਜਾਂ ਜਿਸ ਤਰ੍ਹਾਂ ਵੀ ਤੁਸੀਂ ਇਹ ਵਰਡ ਯੂਜ਼ ਕੀਤਾ ਕਿ ਅੱਜ ਕੱਲ ਤੇ ਅੱਜ ਕੱਲ ਦੇ ਉੱਤੇ ਸਪੈਸੀਫਾਈ ਕਰਕੇ ਮੈਂ ਗੱਲ ਕਰਨਾ ਚਾਹਾਂਗਾ ਕਿ लिटरली आजकल नहीं दिखते ने, कल दिखते थे. So the idea is कि before 1984 there were lots and lots of seats in various big positions across the country. For example, CBI जिन्हें बनाया, जिन्हें शुरुआत की थी, can be called as a founder member. He was a seat. There were many IAS officers. There were many defense minister of India. Other senior minister, president of India, a lot of people, matlab, be it politics, be it civil services, be it Indian Army. So Indian Army which आज के time which Sikh community का contribution थोड़ा सा घट हो गया है. पहले जो officer Sikh community तो आंदे थी, पहले जो regiment की एक शान होती थी थोड़ी सी घट गई है. ते आजकल
वाली गली मैं कहूँगा कि अजकल कट गया लेकिन कल नहीं कट ਸੀ ਤੇ ਕਿਤੇ ਨਾ ਕਿਤੇ ਤੂੰ ਹੋ ਸਕਦਾ ਹੈ 84 ਦੇ ਕਾਰਨ ਸਾਨੂੰ ਇੱਕ ਸੈਟਬੈਕ ਲੱਗਿਆ ਹੋਇਆ ਅਸੀਂ ਥੋੜਾ ਜਿਹਾ ਬੈਕਫੁੱਟ ਲੈ ਲਿੱਤਾ ਹੋਏ 84 to 94 is a very bad era of Punjab ਉਹਦੇ ਕਾਰਨ ਇੱਕ ਬੈਕਫੁੱਟ ਲੈ ਲਿੱਤਾ ਹੋਏ ਤੇ ਉਹ ਬੈਕਫੁੱਟ ਇਹੋ ਜਿਹਾ ਹੋ ਗਿਆ ਕਿ ਸਾਨੂੰ ਇੱਕੋ ਹੀ ਕਰੇਜ਼ ਰਹਿ ਗਿਆ ਹੈ ਕਿ ਚਲੋ ਕੈਨੇਡਾ ਚਲੀਏ ਚਲੋ ਯੂਕੇ ਚਲੀਏ ਜਾਓ ਜਾਣ ਵਾਸਤੇ ਕਿਸੇ ਨੂੰ ਨਾ ਨਹੀਂ ਹੈ ਜਿਹਨੂੰ ਜਾਣਾ ਜਾਏ ਬਟ ਇੱਥੇ ਰਹਿ ਕੇ ਕੰਟਰੀਬਿਊਸ਼ਨ ਇਜ਼ ਆਲਸੋ ਇੰਪੋਰਟੈਂਟ ਐਂਡ ਇੱਥੇ ਰਹਿ ਕੇ ਪਾਰਟਿਸਿਪੇਟ ਕਰਨਾ ਇਜ਼ ਆਲਸੋ ਇੰਪੋਰਟੈਂਟ ਐਂਡ ਵੀ ਹੈਵ ਟੂ ਸਟਾਰਟ ਕਮਿੰਗ ਇਨ ਇਟ ਐਂਡ ਆਈ ਵੁੱਡ ਸੇ ਕਿ MNCs ਵਿੱਚ ਹੁਣ ਆ ਰਹੇ ਮਲਟੀਨੈਸ਼ਨਲ ਕੰਪਨੀਜ਼ ਵਿੱਚ ਆਈ ਕੈਨ ਸੀ ਲੋਟ ਆਫ ਵੈਰੀ ਗੁੱਡ ਤੁਮਾਲਾ ਜਾਇਆ ਹੋਇਆ ਸਿੰਘ ਵੀ ਉੱਥੇ ਦੀ ਦਿਲ ਜਾਂਦਾ ਹੈ ਤੇ ਹੋਰ ਵੀ ਬੜੇ ਸੋਹਣੇ ਇੱਕ ਦਾੜਾ ਖੁੱਲਾ ਕੀਤਾ ਹੋਇਆ ਹੈ ਉਸ ਟਾਈਪ ਨਾਲ ਵੀ ਦਿਖ ਜਾਂਦੇ ਨੇ ਲੇਕਿਨ ਥੋੜਾ ਗਵਰਨਮੈਂਟ ਜੌਬਸ ਵਿੱਚ ਅਜੇ ਇਟਸ ਲਿਟਲ ਲੈਸ ਸਪੈਸ਼ਲੀ UPSC ਵਿੱਚ ਤੇ ਕਮਿਊਨਿਟੀ ਦੇ ਜੋ ਅੱਛੇ ਲੋਕ ਨੇ ਉਹਨਾਂ ਨੂੰ अच्छे कोचिंग सेंटर्स तैयार करने चाहिए DSGMC SGCC these people should start coaching centers where you nourish these students not just give them free coaching nourish these students like Super 13 Bihar we all have seen that movie of Hrithik Roshan on the movie called Super 30 where actually Anand Kumar trains 30 students every year yes. and ensure that they get admitted into IITs with a very good rank. So, ਸਾਨੂੰ ਵੀ ਲੋੜ ਹੈ ਕਿ ਇਹੋ ਜਿਹੇ ਪਰਫੈਕਸ਼ਨਿਸਟ ਇੰਸਟੀਟਿਊਟ ਤਿਆਰ ਕਰਨ ਦੇ ਜਿੱਥੇ ਅਸੀਂ ਇੰਸ਼ੋਰ ਕਰੀਏ ਕਿ ਸਾਡੀ ਕਮਿਊਨਿਟੀ ਨੂੰ ਕੁਆਇਟ ਗੁੱਡ ਰਿਪਰੈਜ਼ੈਂਟੇਸ਼ਨ ਇਜ਼ ਗੋਇੰਗ ਇਨ IAS ਐਗਜ਼ਾਮਸ ਐਂਡ ਐਵਰੀ ਪਲੇਸ ਦੇਖੋ ਇਹਦਾ ਇੱਕ ਹੋਰ ਸਿੰਪਲ ਜਿਹਾ ਚੀਜ਼ ਹੈ ਕਿ ਅਸੀਂ ਕਈ ਵਾਰ ਇਹ ਨੈਗੇਟਿਵ ਫੀਲਿੰਗ ਲਾਉਂਦੇ ਹਾਂ ਕਿ ਸਾਨੂੰ ਸੁਣਿਆ ਨਹੀਂ ਗਿਆ ਸਾਡੀ ਆਵਾਜ਼ ਨਹੀਂ ਸੁਣੀ ਗਈ ਜਾਂ ਜਦ ਇਹ ਪਾਲਿਸੀ ਬਣਾਈ ਗਈ ਤੇ ਸਿੱਖਾਂ ਵਾਸਤੇ ਧਿਆਨ ਨਹੀਂ ਦਿੱਤਾ ਗਿਆ ਜਦ ਅਸੀਂ ਹੋਵਾਂਗੇ ਤੁਹਾਡੀ ਬਾਤ ਚੁੱਕੀ ਜਾਏ exactly to make our voice heard we need to be sitting in that room yes where the discussion is happening so that's why it is important that we need to be there and our community leaders I don't want leaders actually but ਜਿੱਥੇ ਇੰਪੋਰਟੈਂਟ ਲੋਕ ਨੇ ਜੋ ਕਾਫੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਗਿਆਨ ਦਾ ਕੀਰਤਨ ਗੁਰਬਾਣੀ ਗਿਆਨ ਦੇ ਨਾਲ ਨਾਲ ਹਾਇਰ ਐਜੂਕੇਸ਼ਨ ਦਾ ਵੀ ਕੀਰਤਨ ਮਤਲਬ ਕਿਆ ਉਹਨੂੰ ਕਹਿੰਦੇ ਨੇ ਲੰਗਰ ਉਹ ਲਗਾਉਣਾ ਚਾਹੀਦਾ ਨਾਲ ਬਿਕੋਜ਼ ਆਈ ਥਿੰਕ ਇੱਕ ਮਤਲਬ ਮੇਰੀ ਥਿੰਕਿੰਗ ਹੈ ਹੋ ਸਕਦਾ ਹੈ ਥੋੜੀ ਜਿਹੀ ਗਲਤ ਹੋਏ ਜਾਂ ਸਹੀ ਹੋਏ ਮੈਂ ਉਸ 'ਤੇ ਪਹਿਲੇ ਕਲੀਅਰ ਕਰ ਰਿਹਾ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਵੀ ਸਾਨੂੰ ਕਿਹਾ ਹੈ ਕਿ ਸਾਨੂੰ ਤਿਆਰ ਬਰ ਤਿਆਰ ਰਹਿਣਾ ਹੈ ਜਾਂ ਸ਼ਸਤਰਧਾਰੀ ਰਹਿਣਾ ਹੈ ਤੇ ਅੱਜ ਦਾ ਸ਼ਸਤਰ ਜਾਂ ਅੱਜ ਦਾ ਤਿਆਰ ਬਰ ਤਿਆਰ ਤੇ ਇਜ਼ ਅ ਗੁੱਡ ਐਜੂਕੇਸ਼ਨ ਆਲਸੋ ਇਜ਼ ਅ ਗੁੱਡ ਕੁਆਲੀਫਿਕੇਸ਼ਨ ਕਹਿੰਦੇ ਕਈ ਵਾਰੀ ਸੁਣਿਆ ਜਾਂਦਾ ਅੱਜ ਦਾ ਜਿਹੜਾ ਸ਼ਸਤਰ ਹੈ ਉਹ ਸ਼ਸਤਰ ਨਹੀਂ ਉਹ ਕਲਮ ਹੈ ਐਗਜ਼ੈਕਟਲੀ ਤੇ ਉਸ ਬਾਣੇ ਨੂੰ ਰੱਖਦੇ ਹੋਏ ਇਸ ਚੀਜ਼ ਨੂੰ ਵੀ ਤੇ ਫੋਲੋ ਕਰਨਾ ਜ਼ਰੂਰੀ ਹੈ ਕਿ ਅਸੀਂ ਇਸ ਚੀਜ਼ ਨੂੰ ਵੀ ਨਹੀਂ ਅਡਾਪਟ ਕਰਾਂਗੇ ਵਿਦ ਟਾਈਮ तो नुकसान तो साढ़े ही और किसी का तो है नहीं बिल्कुल so coming to media Hamraj ji as you have background in media studies मैं कई बार ना when I see television ਜਦੋਂ ਅਸੀਂ ਨਿਊਜ਼ ਲਗਾਉਂਦੇ ਆ ਮੇਜਰਲੀ ਨਿਊਜ਼ ਚੈਨਲ ਤੇ ਕੋਈ ਸਾਨੂੰ ਸਿੱਖ ਐਂਕਰ ਨਹੀਂ ਦਿਖਦਾ ਜਾਂ ਕਿਸੇ ਵੀ ਨਿਊਜ਼ ਚੈਨਲ ਤੇ ਮੈਂ ਸਿੱਖ ਐਂਕਰ ਨਹੀਂ ਦੇਖ ਸਕਦਾ ਉਹਦਾ ਤੁਹਾਨੂੰ ਕੀ ਲੱਗਦਾ ਕੀ ਰੀਜ਼ਨ ਹੈ ਕਿ ਅੱਜ ਸਾਡੀ ਨਿਊਜ਼ ਚੈਨਲ ਵਿੱਚ ਕੋਈ ਸਿੱਖ ਵੀਰ ਸਾਡਾ ਮੇਜਰ ਨਿਊਜ਼ ਚੈਨਲ ਵਿੱਚ ਨਹੀਂ ਸਾਨੂੰ ਦਿਖਦਾ for the very first time, NDTV has a Sikh anchor, and I'm just not remembering his name, but there is a Sikh anchor, and काफी अच्छा anchor है वो और mainstream which he's only I think the only anchor I should say. But point है कि जे नहीं हाँ साडी कमी है ना ऐसे किसी और दी ते गलती नहीं है आज के टाइम में जो कोई ਇਹੋ ਜਿਹਾ ਬੋਲ ਦੇ ਕਿ you have talent and just because of this route you are denied I don't agree to it because if you have talent देखो मैं I'll just give you example of Diljit Dosanjh बंदा पूरे तौर पे सिखिज्म फॉलो नहीं करता है but he ties a turban Bollywood has accepted him so well Amy Wright other players are also getting accepted in Bollywood So turban is gradually getting accepted in Bollywood.
Yes. Now it is on us that will we be able to take it to a second step, will we not be able to take it to a second step. ਇਹ ਸਾਡੇ ਉੱਤੇ ਜੀ। So ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ because ਅੱਜ ਤੱਕ yes we can do it in future, we can for sure we can do it in future, ਪਰ ਜਿਹੜਾ ਅੱਜ ਤੱਕ ਸਾਡੇ ਕੋਲ ਕੋਈ ਨਿਊਜ਼ ਐਂਕਰ ਨਹੀਂ ਹੈ। So do you think ਸਿੱਖ ਐਂਕਰ ਨਹੀਂ ਹੈ, do you think ਕਿ ਜਿਹੜਾ ਮੀਡੀਆ ਹੈ, ਨਿਊਜ਼ ਮੀਡੀਆ ਇੰਡੀਆ ਦਾ, ਉਹ ਕਿਤੇ ਨਾ ਕਿਤੇ ਸਿੱਖਾਂ ਨਾਲ ਬਾਇਸ ਹੈ? ਨਹੀਂ, ਮੈਂ ਬਾਇਸ ਨਹੀਂ ਬੋਲਾਂਗਾ। ਮੈਂ ਦੋ ਗੱਲ ਸਵਿਚ ਕਰਾਂਗਾ। ਇੱਕ ਤੇ ਜਿਹਦਾ ਐਗਜ਼ਾਮਪਲ ਮੈਂ ਥੋੜਾ ਦੇਰ ਪਹਿਲੇ ਦਿੱਤਾ ਕਿ ਜੇ ਤੁਸੀਂ ਹੋਵੋਗੇ ਨਹੀਂ ਤਾਂ ਤੁਹਾਡੀ ਗੱਲ ਕਿਵੇਂ ਸੁਣੀ ਜਾਏਗੀ, ਜੇ ਤੁਸੀਂ ਹੋਵੋਗੇ ਨਹੀਂ ਤਾਂ ਤੁਹਾਡਾ ਰਿਪਰੈਜ਼ੈਂਟੇਸ਼ਨ ਕਿਵੇਂ ਹੋਏਗਾ। as simple as that in media, if we are not there we will not be heard, as simple as that। ਦੂਜਾ, ਜਿਸ ਤਰ੍ਹਾਂ ਮੈਂ ਥੋੜੇ ਦੇਰ ਪਹਿਲੇ ਹੀ ਬੋਲਿਆ ਕਿ with Diljit Dosanjh, with Amir Ek coming in Bollywood, ਸਾਡਾ acceptance turban ਦਾ ਸ਼ੁਰੂ ਹੋ ਚੁੱਕਿਆ ਹੈ। now we have to take it to the second step। so acceptance ਸ਼ੁਰੂ ਹੋਇਆ। ਹਾਂ, ਸ਼ੁਰੂ ਵਿੱਚ we all know Bollywood has never ever portrayed Sikh character in a way it should have। ਇਹ ਇੱਕ ਰਿਹਾ problem, I totally agree। ਪਰ now what I have seen ਕਿ ਅਗਰ ਤੁਸੀਂ ਇੱਕ example ਪੜ੍ਹਦੇ ਹੋ ਕਿ ਰੌਕਟ ਸਿੰਘ ਜੋ ਮੂਵੀ ਆਈ ਸੀ ਰਣਬੀਰ ਕਪੂਰ ਦੀ, ਜਿਸ ਵਿੱਚ ਸਿੱਖ ਬਣਿਆ ਸੀ, ਤੇ ਹਾਂ, तो ਉਹਦਾ ਇੱਕ ਇੰਟਰਸਟਿੰਗ ਰਿਸਰਚ ਹੈ ਜੋ ਲੋਕਾਂ ਨੂੰ ਨਹੀਂ ਪਤਾ ਹੈ ਕਿ there was a Sikh guy ਜਿਨ੍ਹਾਂ ਨੂੰ ਲੱਭਿਆ ਗਿਆ ਸੀ ਇਹਨੂੰ ਰਣਬੀਰ ਸਿੰਘ ਨੂੰ ਪੱਗ ਬੰਨ੍ਹਣ ਵਾਲੀ। ਤੇ that's why ਬੜੀ ਸੋਹਣੀ ਪੱਗ ਪੂਰੀ ਮੂਵੀ ਵਿੱਚ ਅਲੱਗ-ਅਲੱਗ ਕਲਰ ਦੀ ਰਣਬੀਰ ਸਿੰਘ ਨੇ ਬੰਨ੍ਹੀ। ਤੇ ਉਹਦੇ ਬਾਅਦ ਲਗਭਗ ਇੱਕ ਇੰਡਸਟਰੀ ਵਿੱਚ ਇੱਕ ਆਈਡੀਆ ਸੀ ਕਿ ਯਾਰ ਅਸੀਂ ਇਹ ਫਨੀ ਟੋਪੀ ਵਾਲੇ ਪੱਗ ਨਹੀਂ ਲਗਾ ਦਾਂਗੇ, it doesn't look good, this time a turban looks really good। and yes, that is the reason movie आई थी साफ अली खान ਦੀ, I believe, I'm not getting the name of the movie, ਜਿਹਦੇ ਵਿੱਚ ਉਹਨੇ ਵੀ ਇਸ ਤਰ੍ਹਾਂ ਜਿਹੜੀ ਪੱਗ ਸੀਗੀ ਉਹਦਾ ਮਾਨ ਰੱਖਿਆ ਸੀ। ਕਿਉਂਕਿ ਮੈਂ ਕਈ ਵਾਰੀ ਲਵ ਆਜਕਲ ਵਿੱਚ ਵੀ ਰੱਖਿਆ, ਲਵ ਆਜਕਲ ਵਿੱਚ ਵੀ ਇੱਕ ਬਣੀ ਹੋਈ, ਲਵ ਆਜਕਲ ਵੀ, ਤੇ ਨਾਲੇ ਹੁਣ ਜਿਹੜੀ ਮੂਵੀ I'm not getting the name of the movie, ਉਹਦੇ ਵਿੱਚ ਪਰ ਜਿਸ ਤਰ੍ਹਾਂ ਸਿੰਘ ਵਿੱਚ ਅਕਸ਼ੇ ਕੁਮਾਰ ਨੇ ਜਿਹੜਾ ਪੱਗ ਦਾ ਜਿਹੜਾ ਸਿਰਫ ਰੱਖ ਲਈ ਸੀ ਪੱਗ, ਉਸ ਤਰ੍ਹਾਂ ਦੀ ਪੱਗ ਦਿਖਾਣਾ ਉਹ ਕਿਤੇ ਨਾ ਕਿਤੇ ਜ਼ਰੂਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਮੀਡੀਆ ਹੈ ਅਤੇ ਫਿਲਮ ਇੰਡਸਟਰੀ ਹੈ ਉਹ ਸਿੱਖਾਂ ਨਾਲ ਥੋੜੀ ਜਿਹੀ ਬਾਇਸ ਹੈ। ਕਿਉਂਕਿ ਇਹ ਇੱਕ ਵਾਰ ਨਹੀਂ ਹੋਇਆ, ਤੇ ਹਰ ਵਾਰੀ ਮੈਂ ਦੇਖਿਆ ਕਿ ਜਦੋਂ ਕੋਈ ਮੂਵੀ ਰਿਲੀਜ਼ ਹੁੰਦੀ ਹੈ ਜਾਂ ਫਿਰ ਕੋਈ ਵੀ ਜਿਸ ਤਰ੍ਹਾਂ ਸੀਰੀਜ਼ ਰਿਲੀਜ਼ ਹੋ ਰਹੀ ਹੈ, ਉਸ ਤੋਂ ਬਾਅਦ ਜ਼ਰੂਰ ਸਿੱਖ ਆਪਣੀ ਆਵਾਜ਼ ਚੁੱਕਦਾ ਹੈ। ਇਹ ਨਹੀਂ ਕਿ ਅਸੀਂ ਉਹਨਾਂ ਨੂੰ ਦੱਸ ਨਹੀਂ ਰਹੇ ਕਿ ਸਾਨੂੰ ਇਹ ਗਲਤ ਲੱਗ ਰਿਹਾ ਹੈ ਜਾਂ ਫਿਰ ਤੁਸੀਂ ਇਹ ਗਲਤ ਕਰ ਰਹੇ ਹੋ, ਅਸੀਂ ਜ਼ਰੂਰ ਆਪਣੀ ਆਵਾਜ਼ ਚੁੱਕਦੇ ਹਾਂ, ਪਰ ਉਸ ਤੋਂ ਬਾਅਦ ਵੀ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਉਹਨੂੰ ਇਗਨੋਰ ਕਰਕੇ ਥੋੜੇ ਟਾਈਮ ਬਾਅਦ ਫਿਰ ਇੱਕ ਮੂਵੀ ਸਾਡੇ ਵਾਸਤੇ ਖੜੀ ਹੋ ਜਾਂਦੀ ਹੈ ਜਿਹੜੀ ਕਿ ਸਾਡੇ ਸਿੱਖਾਂ ਨੂੰ ਮਿਸਰਿਪਰੈਜ਼ੈਂਟ ਕਰਦੀ ਹੈ। ਦੇਖੋ, ਮੈਂ ਇੱਕੋ ਗੱਲ ਕਹਾਂਗਾ ਕਿ ਅਸੀਂ 100% bad representation in Bollywood I'm talking about, so we have reached to a somewhat 50% or say 35%, 70%, yeah, हाँ, so we have improved a lot। yes, ਥੋੜਾ ਜਿਹਾ ਹੋਰ ਮਿਹਨਤ ਕਰਨ ਦੀ ਲੋੜ ਹੈ, we can take it in that way also। ਜੇ ਮੰਨ ਲਓ ਕਿਸੇ ਡਾਇਰੈਕਟਰ ਨੇ ਅਗਰ ਇਹੋ ਜਿਹਾ ਕੁਝ ਕਰ ਵੀ ਦਿੱਤਾ, we should be make it sure ਕਿ without saying ਕਿ ਅਸੀਂ ਕੇਸ ਫਾਈਲ ਕਰ ਦਾਂਗੇ, ਅਸੀਂ we will see you in the court or we will do this, we will do that, we reach out to him in a very positive way and we suggest him ਕਿ ਅੱਗੇ ਤੋਂ ਇਹੋ ਜਿਹਾ representation ਨਹੀਂ ਹੋਣਾ ਚਾਹੀਦਾ, because this is the action। I don't agree to it Hamraji here, because I think ਕਿ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਹੈ ਕਈਆਂ ਨੂੰ ਦੱਸਣ ਦੀ, because ਜੇ ਅਸੀਂ ਇੱਕ ਚੀਜ਼ ਤੇ ਆਵਾਜ਼ ਚੁੱਕ ਰਹੇ ਹਾਂ, if I just talk about one thing, ਅਸੀਂ ਇੱਕ ਮੂਵੀ ਤੇ ਆਵਾਜ਼ ਚੁੱਕ ਰਹੇ ਹਾਂ ਤੇ ਉਸ ਤੋਂ ਬਾਅਦ ਮੇਰੇ ਖਿਆਲ ਤੋਂ ਉਹ ਆਵਾਜ਼ ਜਿਹੜੀ ਹੈ ਉਹ ਆਉਣ ਵਾਲੀ ਕਾਫੀ ਸਾਰੀ ਮੂਵੀਜ਼ ਲਈ ਸਾਡੇ ਲਈ ਇੱਕ ਉਹਨਾਂ ਨੂੰ ਆਈਡੀਆ ਹੋਣਾ ਚਾਹੀਦਾ ਹੈ ਕਿ ਇਹ ਚੀਜ਼ ਜਿਹੜੀ ਅਸੀਂ ਕਰ ਰਹੇ ਹਾਂ ਗਲਤ ਹੈ, ਪਰ ਉਹ ਕਈ ਵਾਰੀ ਅਗਲੀ ਮੂਵੀ ਵਿੱਚ ਸੁਧਾਰੀ ਨਹੀਂ ਜਾਂਦੀ, ਉਸ ਤੋਂ ਬਾਅਦ ਅਗਲੀ ਮੂਵੀ ਫਿਰ ਹੋ ਜਾਂਦੀ ਹੈ। ਦੇਖੋ, ਮੈਂ ਉਹੀ ਕਹਿ ਰਿਹਾ ਕਿ ਇੱਕ ਵਾਰ ਹੋਈ ਤਾਂ ਸ਼ਾਇਦ ਅਸੀਂ ਸਮਝਾ ਸਕਦੇ ਨੇ, ਦੂਜੀ ਵਾਰ ਹੋਇਆ ਤਾਂ then legal way is an option always to us। ਤੇ ਦੇਖੋ, ਕੋਈ ਵੀ ਲੜਾਈ ਜਾਂ ਕੋਈ ਵੀ ਲੜਾਈ ਵਰਡ ਯੂਜ਼ ਕਰਨਾ ਸ਼ਾਇਦ ਸਹੀ ਨਹੀਂ ਹੈ, ਬਟ ਕੋਈ ਵੀ ਮੁਹਿੰਮ ਅਗਰ ਅਸੀਂ ਕਹਾਂ ਤੇ ਕੋਈ ਵੀ ਮੁਹਿੰਮ ਇੱਕ ਦਿਨ ਵਿੱਚ ਤਾਂ ਨਹੀਂ ਜਿੱਤੀ ਜਾਂਦੀ ਹੈ, ਟਾਈਮ ਲੱਗਦਾ ਹੈ। ਅਸੀਂ ਹੌਲੇ ਹੌਲੇ ਹੁਣੇ ਬਿਲਕੁਲ ਆਉਣਾ ਸ਼ੁਰੂ ਕੀਤਾ ਹੈ, ਹੁਣੇ ਰੌਕਟ ਸਿੰਘ ਦੇ ਐਰਾ ਤੋਂ ਲੈ ਲਓ 10 ਸਾਲ ਵਿੱਚ ਬੜਾ ਰਿਪਰੈਜ਼ੈਂਟੇਸ਼ਨ ਅੱਛਾ ਹੋਇਆ, ਐਂਡ ਉਹਦੇ ਬਾਅਦ ਮੇਕ ਸ਼ੋਰ ਆਲਮੋਸਟ ਕਈ ਮੂਵੀ ਵਿੱਚ ਅਜੇ ਦੇਵਗਨ, ਸੈਫ ਅਲੀ ਖਾਨ, ਲੋਟ ਆਫ ਦੇਮ ਹੈਵ ਮੇਡ ਇਟ ਸ਼ੋਰ ਕਿ ਟਰਬਨ ਪ੍ਰੋਪਰ ਹੋਏ, ਛੋਟੇ ਕੈਰੈਕਟਰਸ ਵੀ ਕਈ ਇੰਡਸਟਰੀ ਮਤਲਬ movies which accept होए, but
मैं एक गल बड़ा स्पष्ट कहना चाहूंगा कि जे बॉलीवुड तो सानू नाराजगी है ਤੇ ਪੰਜਾਬ ਦੇ ਮੂਵੀਜ਼ ਵਿੱਚ ਅਗਰ ਗਲਤ ਰਿਪਰੈਜ਼ੈਂਟੇਸ਼ਨ ਹੋ ਰਿਹਾ बिल्कुल, ਹੈ ਤੇ I ਅਸੀਂ agree. ਫਿਰ ਬੋਲਣ ਜੋਗੇ ਵੀ ਨਹੀਂ ਰਹਿੰਦੇ ਨੇ ਅਸੀਂ ਦੂਜਿਆਂ ਨੂੰ ਕੀ ਕਹੀਏ ਜਦ ਆਪਣਾ ਹੀ ਘਰ ਖਰਾਬ ਹੈ I strongly agree to your point. The reason being, when we are when we are showcasing Sikhs as we are misrepresenting them in Punjabi movies. We don't have right to say anything to the Bollywood industry. You are right in this case. ਐਸੀ ਜੋ ਸਭ ਤੋਂ ਮਾੜਾ ਜੋ ਮੈਨੂੰ ਲੱਗਦਾ ਹੈ ਪੰਜਾਬੀ ਇੰਡਸਟਰੀ ਵਿੱਚ ਕਿ ਪਿਓ ਸਰਦਾਰ ਹੈ ਮੁੰਡਾ ਮੋਨਾ ਇਹੋ ਜਿਹੇ ਕਿਉਂ ਅਸੀਂ ਦਿਖਾਉਂਦੇ ਹਾਂ ਜੇ ਮੁੰਡੇ ਨੂੰ ਮੋਨਾ ਦਿਖਾਣਾ ਪਿਓ ਨੂੰ ਵੀ ਮੋਨਾ ਦਿਖਾ ਦਿਓ ਗਲਤ ਮੈਸੇਜ ਨਾ ਕਮਿਊਨੀਕੇਟ ਕਰੋ Yes, you are right. ਮਤਲਬ ਇਹੋ ਜਿਹੇ ਰਿਪਰੈਜ਼ੈਂਟੇਸ਼ਨ ਦੇ ਪੰਜਾਬੀ ਔਰ ਅਸੀਂ ਉਸ ਵਿੱਚ ਅਸੀਂ ਆਰਗੂ ਵੀ ਨਹੀਂ ਕਰਦੇ ਹਾਂ ਜ਼ਿਆਦਾ ਉੱਥੇ ਹੁਣ ਵੀ ਦੇ ਰਹੇ ਹਾਂ ਜਦਕਿ ਉੱਥੇ ਸਾਡੀ ਸੇ ਜ਼ਿਆਦਾ ਹੈ Yes. ਉੱਥੇ ਸਾਨੂੰ ਪਹਿਲੇ ਕਿਉਂਕਿ ਇਹ ਪੰਜਾਬੀ ਸਿੰਗਰ ਜਿਨੇ ਨੇ ਇਹਨਾਂ ਦਾ ਮੇਨ ਆਡੀਅנס ਬੇਸ ਤੇ ਅਸੀਂ ਹਾਂ ਜਾਂ ਪੰਜਾਬੀ ਐਕਟਰਸ ਜਿਨੇ ਨੇ ਤੇ ਜੇ ਅਸੀਂ ਉੱਥੇ ਵੀ ਨਹੀਂ ਕਵਾਂਗੇ ਤੇ ਫਿਰ ਦੈਨ ਵੀ ਐਕਸੈਪਟ ਕਿ ਯਾਰ ਉਹ ਬਾਲੀਵੁੱਡ ਵਾਲਾ ਜੋ ਐਗਜ਼ਾਮਪਲ ਪੰਜਾਬੀ ਇੰਡਸਟਰੀ ਤੋਂ ਲੈ ਰਿਹਾ ਹੈ ਉਹ ਸਹੀ ਕਿਵੇਂ ਕਰ ਦੇਗਾ ਤੇ ਸਾਨੂੰ ਇੱਥੇ ਆਈ ਥਿੰਕ ਇੱਥੇ ਇੱਕ ਵੱਡਾ ਕੈਂਪੇਨ ਸ਼ੁਰੂਆਤ ਸਾਨੂੰ ਜਿਹੜੀ ਹੈ ਆਪਣੇ ਘਰ ਤੋਂ ਕਰਨੀ ਪਏਗੀ ਉਸ ਤੋਂ ਬਾਅਦ ਅਸੀਂ ਕਿਤੇ ਬਾਹਰ ਜਾ ਕੇ ਬੋਲ ਸਕਦੇ ਹਾਂ ਇੱਥੇ ਇੱਕ ਵੱਡਾ ਕੈਂਪੇਨ ਰਨ ਕਰਨ ਦੀ ਲੋੜ ਹੈ ਇਹ ਹੋ ਗਈ ਬਾਲੀਵੁੱਡ ਦੀ ਗੱਲ ਹੁਣ ਆਮ ਕਮਿੰਗ ਟੂ ਨਿਊਜ਼ ਮੀਡੀਆ ਤੇ ਨਿਊਜ਼ ਵਿੱਚ ਇੱਕ ਸਿੰਪਲ ਜਿਹਾ ਲੌਜਿਕ ਸਾਨੂੰ ਮੰਨਣਾ ਪਏਗਾ ਕਿ ਨਿਊਜ਼ ਨੈਵਰ ਸ਼ੋਜ਼ ਗੁੱਡ ਥਿੰਗਸ news always shows bad things and is that because of TRP? नहीं that is the nature of news कहने का मतलब कि किथे बॉम्ब ब्लास्ट हो गया just think for 2 seconds ਤੁਹਾਨੂੰ curiosity ਜ਼ਿਆਦਾ ਹੋਏਗੀ ਪੜਨ ਦੀ rather than ਇਹ ਦੇਖਣਾ ਕਿ ਕਿਥੇ 10 ਬੱਚਿਆਂ ਨੂੰ ਲੰਗਰ ਖਿਲਾਣਾ as an individual just think कि ਤੁਹਾਡੀ curiosity ਕੀ ਜਾਣਨ ਵਿੱਚ ਹੋਏਗੀ ਕਿੰਨੇ ਲੋਕ ਮਰੇ ਕੀ ਹੋਇਆ that's human psychology we like and we tend to get more attracted towards negative news and that's how it flourishes and that's how it is unfortunately I'm not saying कि that is how it should be but ਇਹੋ ਜਿਹਾ ਹੁੰਦਾ ਤੇ ਜੇ ਅਸੀਂ ਐਕਸਪੈਕਟ ਕਰੀਏ ਕਿ ਬੜਾ ਪੋਜ਼ਿਟਿਵ ਸਾਡੇ ਬਾਰੇ ਦਿਖਾਇਆ ਤੇ ਸਾਡਾ ਗੁਣਗਾਨ ਹੁੰਦੇ ਰਹੇ ਤੇ ਇਹੋ ਜਿਹਾ ਤਾਂ ਕੁਝ ਹੋਣਾ ਨਹੀਂ ਫਿਰ ਵੀ with coming of Khalsa Aid, with coming of Eco Sikh, with coming of United Sikh, with DSGMC, SGMC, doing tremendous amount of good work in Kashmir flood, Bihar flood, earthquake, foreign countries which we US, UK कितने नहीं कर रहे हैं तो मतलब मजबूर हो गए थे मीडिया वाले दिखाने वास्ते कि what are we doing and what wonderful service are we doing एक लाख लोगों का लंगर एक दिन में बन जा रहे हैं लोगों को पहुंच जा रहे हैं hot meal is served. I mean, जिसे सरकारा राशन नहीं पहुंचा पा रही हमें Sikhs are serving hot meals across the country. मैं पीछे एक वीडियो देख रहा थी गुरु का ताल गुरुद्वारा आगरा थी उत्थे हवाई चप्पल की सेवा की गई कि जो मजदूर माइग्रेंट्स पैदल चले जा रहे हैं कोरोना के टाइम में अपने घर से तो उन्होंने चप्पल तो मिल जाए ਇਹੋ ਜਿਹਾ ਨਿਸ਼ਕਾਂਸ਼ ਸੇਵਾ ਤੇ ਸਾਡੇ ਅੰਦਰ inbuilt hai. I think with coming of social media and with so many Sikhs coming in media and other platforms, maybe not the mainstream media, but we have people in social media जिन्हों का बड़ा अच्छा fan following है, बड़ा अच्छा base है. साडा message बड़ा वधिया communicate हो रहा है and we have मतलब कोई भी यह कहेगा कि मेरे कितने सारे फ्रेंड्स ने जो मैंने कहते हैं कि यार the type of service you people are doing is just a big salute and I am not doing maybe I am not doing but just because my community is doing तो मेरा भी नाम होगा yes सब तो बड़ा एग्जांपल है कि ਅਸੀਂ ਤਾਂ ਸਿੱਖ ਹਾਂ बट ਸਾਨੂੰ ਕੀ ਕਿਹਾ ਜਾਂਦਾ ਹੈ ਸਰਦਾਰ ਸਾਨੂੰ ਕਿਹਾ ਜਾਂਦਾ ਸਰਦਾਰ ਪਲੱਸ ਜੀ ਸਰਦਾਰ ਜੀ ਤੇ सरदार means a leader and G is with respect सिर्फ ऐसे साडे पूर्वजां दा कम है ना जिदे करके सानू ए उपाधि तरीके नाल पाई से डेजिग्नेशन मिलिया है we are Sikh by name of the religion or by name of the community but we are called as Sardar people trust us that is because of the work done by our forefathers not by me not by you maybe and सिमिलर सॉर्ट ऑफ वर्क हम आज के टाइम ਵਿੱਚ ਕਈ ਸਿੱਖ ਕਰ ਰਹੇ ਨੇ
Yes. And this is a wonderful message for the current generation of maybe a Hindu, a Muslim, a Christian, a atheist, or anyone. So I think मैसेज कम्युनिकेट हो रहा है एंड बड़ा अच्छा हो रहा है पर सानू ਇਹ बड़ा ਇਹ नेगेटिविटी हर बार नहीं लाना चाहिए कि सानू सुनिया नहीं जा रहा सानू सुनिया नहीं जा रहा सुनाओ ना आपे सुनाओ जोर नाल बोलो प्यार नाल बोलो है भी जरूरी है पर क्योंकि मार्शल कौम दे नाल असी मिठी जबान वाली कौम भी है असी वो भी कम्युनिटी है जिन्हों ने क्योंकि पंजवें गुरु ਨੂੰ ਸਤੀ ਤਵੀ ਤੇ बैठा दिता गया सी ते ਅਸੀਂ छबील की सेवा करते हैं ताकि कोई प्यासा ना रह सके और गर्मी का एहसास ना हो सके जो साडे गुरुआं ਨੂੰ जिस गर्मी ਵਿੱਚ तड़पाया गया सी या टॉर्चर किया गया सी ते साडा ते मैसेज ही इन्ना मिठा है so we need to communicate it I think that's the answer for it जी हमराज जी थैंक यू सो मच आप साडे नाल जुड़े इट वाज अ वेरी फ्लोलेस कन्वर्सेशन क्योंकि जो क्वेश्चंस मैनू लग्या ते कई सारे क्वेश्चन साडे कोल आए भी सीगे मैं जरूर आप जी ਨੂੰ अपने प्लेटफॉर्म नाल एक बार जरूर ਜਿਹੜਾ ਹੈ ਜਾਣੂ ਕਰਵਾਉਣਾ ਚਾਹਾਂਗਾ ਇਹ ਗੁਫ਼ਤਗੂ ਪਲੇਟਫਾਰਮ ਅਸੀਂ ਸ਼ੁਰੂ ਕੀਤਾ ਸੀ ਤਾਂ ਕਿ ਸਿੱਖੀ ਨੂੰ ਲੈ ਕੇ ਜਿਹੜਾ ਵੀ ਯੂਥ ਹੈ ਉਹਨਾਂ ਦੇ ਮਨ ਵਿੱਚ ਕਈ ਵਾਰੀ ਕਈ ਸਾਰੇ ਕੁਐਸਚਨਸ ਹੁੰਦੇ ਨੇ ਜਿਨ੍ਹਾਂ ਦੇ ਆਨਸਰ ਉਹਨਾਂ ਨੂੰ ਮਿਲ ਨਹੀਂ ਸਕਦੇ ਜਾਂ ਫਿਰ ਉਹ ਪੁੱਛਣਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਗਲਤ ਨਾ ਸਮਝ ਲਿਆ ਜਾਵੇ ਜਾਂ ਫਿਰ ਕੋਈ ਕਨਸਪੀਰੇਸੀ ਨਾ ਹੋ ਜਾਏ ਉਸ ਕਰਕੇ ਉਹਨਾਂ ਦੇ ਉਹ ਡਾਊਟਸ ਕਲੀਅਰ ਕਰਨ ਲਈ ਅਸੀਂ ਇਹ ਚੈਨਲ ਜਿਹੜਾ ਹੈ ਸ਼ੁਰੂ ਕੀਤਾ ਸੀ ਤੇ ਅੱਜ ਜਿਹੜਾ ਅਸੀਂ ਆਪ ਜੀ ਨਾਲ ਕੀਤਾ ਹੈ ਕਨਵਰਸੇਸ਼ਨ ਮੈਨੂੰ ਬਹੁਤ ਚੰਗਾ ਲੱਗਿਆ ਆਪ ਸਾਡੇ ਨਾਲ ਜੁੜੇ ਬਹੁਤ ਹੀ ਗੱਲ ਹੋਈ ਜਿਹੜੀ ਕਿ ਜ਼ਰੂਰੀ ਸੀ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਉਮੀਦ ਹੈ ਅੱਗੋਂ ਵੀ ਤੁਹਾਨੂੰ ਜਦੋਂ ਯਾਦ ਕਰਾਂਗੇ ਆਪ ਜੀ ਜ਼ਰੂਰ ਸਾਡੇ ਲਈ ਟਾਈਮ ਕੱਢੋਗੇ ਤੇ ਸਾਡੇ ਨਾਲ ਜੁੜੋਗੇ ਬਿਲਕੁਲ ਜਦ ਵੀ ਤੁਸੀਂ ਕਹੋ ਮੈਂ ਬਿਲਕੁਲ ਅਵੇਲੇਬਲ ਹਾਂ and we can always talk in various topics and ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਰੈਕਟ ਮੈਸੇਜ ਕਮਿਊਨੀਕੇਟ ਹੋਏ ਬਾਕੀ ਦੇਖੋ ਇਹੋ ਜੀ ਕੋਈ ਵੀ ਗੱਲ ਇਜ਼ ਐਨ ਓਪੀਨੀਅਨ ਕੁਝ ਐਗਰੀ ਕਰਾਂਗੇ ਕੁਝ ਡਿਸਐਗਰੀ ਕਰਾਂਗੇ ਸਾਨੂੰ ਡਿਸਐਗਰੀਮੈਂਟ ਨੂੰ ਵੀ ਪਿਆਰ ਨਾਲ ਲੈਣਾ ਚਾਹੀਦਾ ਤੇ ਸਾਡਾ ਚੈਨਲ ਦਾ ਵੀ ਇੱਕ ਮੇਨ ਜਦੋਂ ਅਸੀਂ ਸ਼ੁਰੂ ਕੀਤਾ ਸੀ ਮੇਨ ਸਾਡਾ ਜਿਹੜਾ ਮੋਟਿਵ ਸੀਗਾ ਉਹ ਇਹ ਸੀਗਾ ਕਿ ਜਿਹੜਾ ਵੀ ਇਸ ਚੈਨਲ ਤੇ ਕੁਝ ਆ ਕੇ ਜੇ ਬੋਲਦਾ ਹੈ ਤੇ ਉਹਦੇ ਉੱਤੇ ਕਨਸਪੀਰੇਸੀ ਨਾ ਕੀਤੀ ਹੈ ਜੇ ਆਪ ਜੀ ਨੂੰ ਲੱਗ ਰਿਹਾ ਕਿ ਉਹਦੀ ਕੋਈ ਗਲਤ ਹੈ ਤੇ ਅਸੀਂ ਉਹਦੇ ਤੇ ਉਹਨੂੰ ਕਾਲ ਕਰਕੇ ਸਮਝਾ ਸਕੀਏ ਜਾਂ ਫਿਰ ਵਿਚਾਰ ਜਿਹੜੇ ਆ ਸਾਂਝੇ ਕਰ ਸਕੀਏ ਤਾਂ ਕਿ ਵਿਚਾਰ ਸਾਂਝੇ ਹੋਣ ਅਸੀਂ ਹੱਲ ਲੱਭ ਸਕੀਏ ਇਹ ਚੀਜ਼ਾਂ ਦਾ ਅਸੀਂ ਉਹਨੂੰ ਹੋਰ ਵਧਾਈਏ ਨਾ देखो मतलब किसी होने क्या ना 2 मिनट पहले कि कोई कई सवाल पूछन तो कई यूथ डरदा है कि गलत ना समझा जाए the point आई है कि जब when we will have an open discussion where everyone is ready to put his opinion out but जो set norms है फिर सबकी आवाज सुनी जाए अगर कोई गलत भी बोल रहा है तो उन्हें बड़े अच्छे तरीके से समझाया जाए कि what is the correct way ਤੇ ਮੈਂ ਉਹੀ ਕਿਹਾ ਕਿ ਹਰ ਮਾਮਲੇ ਵਿੱਚ ਇਹ ਹੋ ਜਾਣਾ ਕਿ ਨਹੀਂ ਯਾਰ ਤੂੰ ਗਲਤ ਹੈ ਯੂ ਆਰ ਨਾਟ ਐਲੀਜੀਬਲ ਟੂ ਸਪੀਕ ਔਰ ਯੂ ਹੈਵ ਨੋ ਨੌਲੇਜ ਫਿਰ ਇਸ ਤਰ੍ਹਾਂ ਤੇ ਚੀਜ਼ਾਂ ਚੱਲਦੀਆਂ ਨਹੀਂ ਬਿਲਕੁਲ ਜੀ ਠੀਕ ਹੈ ਸਰ ਥੈਂਕ ਯੂ ਸੋ ਮਚ ਆਪ ਜੀ ਸਾਡੇ ਨਾਲ ਜੁੜੇ ਤੇ ਆਪ ਜੀ ਨੇ ਵਿਚਾਰ ਸਾਂਝੇ ਕਰੇ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਫॉर calling me in this platform and I wish you good luck and success on it Thank you.